ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਪੰਜਾਬ ਅੱਡਾ 24/7 ਤੇ ਮੇਰਾ ਨਾਮ ਹੈ ਗਗਨ ਤੇ ਇੱਕ ਟੌਪਿਕ ਸੀਗਾ ਜਿਹੜੇ ਬੱਚੇ ਮੈਨੂੰ ਬਾਰ-ਬਾਰ ਕਹਿੰਦੇ ਸੀਗੇ ਸਰ ਕਿਤਾਬਾਂ ਕਰਾ ਦਿਓ ਕਿਤਾਬਾਂ ਸਰ ਬੁੱਕਸ ਐਂਡ ਆਥਰਸ ਲਓ ਜੀ। ਤਾਂ ਤੁਹਾਡਾ ਪੇਪਰ ਕੋਈ ਵੀ ਹੋਵੇ, ਜੇ ਤੁਹਾਡਾ ਉਹਨੇ ਪਟਵਾਰੀ ਦਾ ਪੇਪਰ ਹੈ, ਤੁਹਾਡਾ ਐਕਸਾਈਜ਼ ਦਾ ਪੇਪਰ ਹੈ, ਤੁਹਾਡਾ ਪੰਜਾਬ ਪੁਲਿਸ ਦਾ ਪੇਪਰ ਹੈ, ਤੁਹਾਡਾ ਨਾਇਬ ਤਹਿਸੀਲਦਾਰ ਸਤਾਣੀ ਨਹੀਂ ਹਾਈ ਕੋਰਟ ਕਲਰਕ ਦਾ ਪੇਪਰ ਹੈ, ਤਾਂ ਉਹਨਾਂ ਵਿੱਚ ਕਿਤਾਬਾਂ ਆਉਣਗੀਆਂ। ਤੇ ਮੈਂ ਲੇਟੈਸਟ ਜਿਹੜੇ ਨੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਦੀ ਸਭ ਤੋਂ ਇੰਪੋਰਟੈਂਟ ਜਿਹੜੀਆਂ ਕਿਤਾਬਾਂ ਮੈਂ ਤੁਹਾਡੇ ਲਈ ਲੈ ਕੇ ਆਇਆ, ਇਹ ਤੋਂ ਇਲਾਵਾ ਤੁਸੀਂ ਕਰਕੇ ਨਾ ਜਾਓ ਕਿਤਾਬਾਂ, ਕਿਉਂਕਿ ਇਹ ਤੋਂ ਇਲਾਵਾ ਜੇ ਕਹਿ ਸਕਦਾ ਮੈਂ ਜੇ 5 ਸਵਾਲ ਆਏ ਤਾਂ 4 ਸਵਾਲ ਤੁਹਾਡੇ ਇਸ ਵੀਡੀਓ ਤੋਂ ਆ ਜਾਣਗੇ, ਐਦਾਂ ਮੈਂ ਗਾਰੰਟੀ ਲੈ ਸਕਦਾ, ਕਿਉਂਕਿ ਇੰਪੋਰਟੈਂਟ ਕਿਤਾਬਾਂ ਥੋੜੀਆਂ ਹੀ ਹੁੰਦੀਆਂ ਨੇ, ਹੈ ਨਾ। ਤਾਂ ਫਿਰ ਫਟਾਫਟ ਸ਼ੁਰੂ ਕਰਦੇ, ਵੀਡੀਓ ਨੂੰ ਇੱਕ ਵਾਰ ਸ਼ੇਅਰ ਕਰ ਦਿਓ, ਵੀਡੀਓ ਨੂੰ ਇੱਕ ਵਾਰ ਲਾਈਕ ਕਰ ਦਿਓ। ਤਾਂ ਜੀ ਕਰਦੇ ਹਾਂ ਸ਼ੁਰੂਆਤ। ਤੇ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਚੀਜ਼ ਦੱਸਣੀ ਹੈ, ਪੰਜਾਬ ਪੁਲਿਸ ਕਾਂਸਟੇਬਲ ਹਜੇ ਵੀ ਜਿਹੜਾ ਬੱਚਾ ਰਹਿੰਦਾ ਹੈ ਵੀ ਜਿਹਨੇ ਤਿਆਰੀ ਨਹੀਂ ਕੀਤੀ, ਉਹਦੇ ਕੋਲ ਹਜੇ ਵੀ ਮੌਕਾ ਹੈ। 9 ਮਈ ਨੂੰ ਬੈਚ ਸਟਾਰਟ ਹੈ ਤੇ ਮੁੱਲ ਹੈ ਸਿਰਫ 1380 ਰੁਪਈਆ। ਕਿੱਦਾਂ? ਡਿਸਕਾਊਂਟ ਕੋਡ ਧਿਆਨ ਰੱਖਣਾ Y383 Y383। ਉਦਾਂ ਹੀ ਸਬ ਇੰਸਪੈਕਟਰ ਵੀ ਹੈ, ਇਹਦਾ ਮੁੱਲ ਕਿੰਨਾ 1701 ਰੁਪਈਆ, ਡਿਸਕਾਊਂਟ ਕੋਡ ਉਹੀ Y383 Y383। ਤਾਂ ਬੱਚੇ ਟਾਈਮ ਨਾ ਗਵਾਇਓ, ਜੇ ਤਿਆਰੀ ਕਰਨੀ ਹੈ ਅੱਜ ਹੀ ਐਨਰੋਲ ਕਰ ਲਓ ਫਟਾਫਟ, ਠੀਕ ਹੈ, ਤਾਂ ਜੋ ਜਦੋਂ ਹੀ ਕਲਾਸਾਂ ਸਟਾਰਟ ਹੋਈਆਂ ਉਦੋਂ ਹੀ ਤੁਸੀਂ ਕਲਾਸਾਂ ਸ਼ੁਰੂ ਕਰਤੀਆਂ। ਤੇ ਧਿਆਨ ਕੀ ਰੱਖਣੀ ਚੀਜ਼, ਇਹ ਡਿਸਕਾਊਂਟ ਕੋਡ Y383 Y383। ਚਲੋ ਜੀ ਸ਼ੁਰੂ ਕਰਦੇ ਹਾਂ ਆਪਾਂ। ਪਹਿਲੀ ਕਿਤਾਬ ਹੋ ਜਾਂਦੀ ਹੈ ਸਾਬਕਾ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੇ ਇਹ ਰੰਜਨ ਗੋਗੋਈ, ਇਹਨਾਂ ਨੇ ਕਿਤਾਬ ਕੱਢੀ ਹੈ, ਇਹਨਾਂ ਨੇ ਕਿਤਾਬ ਲਾਂਚ ਕੀਤੀ ਹੈ, ਇਹਨਾਂ ਨੇ ਨਹੀਂ ਕੱਢੀ, ਇਹਨਾਂ ਨੇ ਲਾਂਚ ਕੀਤੀ ਹੈ। ਕੀ ਨਾਂ ਹੈ? ਚੀਫ ਮਿਨਿਸਟਰਸ ਡਾਇਰੀ ਨੰਬਰ 1। ਤਾਂ ਜਿਹੜੇ ਅਸਮ ਦੇ ਮੁੱਖ ਮੰਤਰੀ ਨੇ ਹਿਮੰਤ ਬਿਸਵਾ ਸਰਮਾ, ਇਹਨਾਂ ਨੂੰ 1 ਸਾਲ ਜਿਹੜਾ ਹੋਇਆ ਹੈ, ਇਹਨਾਂ ਨੇ ਉਹ ਦੱਸਿਆ ਹੈ ਕਿਤਾਬ ਵਿੱਚ ਕਿ ਕਿੱਦਾਂ ਸਾਲ ਲੰਘਿਆ, ਕਿੱਦਾਂ ਕੰਮ ਕੀਤੇ, ਕੀ ਚੈਲੰਜਿਸ ਆਏ। ਤਾਂ ਲਾਂਚ ਕਿਹਨੇ ਕੀਤੀ ਹੈ? ਰੰਜਨ ਗੋਗੋਈ ਨੇ ਕੀਤੀ, ਸਾਬਕਾ ਚੀਫ ਜਸਟਿਸ, ਤਾਂ ਇੰਪੋਰਟੈਂਟ ਹੋਗੀ। ਤੇ ਨਾਲ ਕਿਤਾਬ ਦਾ ਨਾਮ ਕੀ ਹੈ? ਚੀਫ ਮਿਨਿਸਟਰਸ ਡਾਇਰੀ ਨੰਬਰ 1। ਅਗਲਾ ਚੱਲਦੇ ਆਪਾਂ। ਕ੍ਰਿਕਟ ਲੈਜੈਂਡ, ਹੁਣ ਦੇਖੋ MS ਧੋਨੀ, ਇਹਨਾਂ ਨੇ ਰਿਲੀਜ਼ ਕੀਤੀ ਹੈ ਇੱਕ ਨੇ ਆਪਣੀ ਆਤਮ ਕਥਾ ਲਿਖੀ ਹੈ, ਆਟੋਬਾਇਓਗ੍ਰਾਫੀ। ਕਿਹਨੇ ਲਿਖੀ ਹੈ? ਪ੍ਰੋਫੈਸਰ KK ਅਬਦੁਲ ਗਫਾਰ ਨੇ। ਤੇ ਕਿਤਾਬ ਦਾ ਨਾਮ ਕੀ ਹੈ? ਅਣਜਾਣ ਸ਼ਖਸੀ। ਅਣਜਾਣ ਸ਼ਖਸੀ, ਇਹ ਕਿਸੇ ਹੋਰ ਭਾਸ਼ਾ ਵਿੱਚ ਹੀ ਹੈ, ਸੌਰੀ ਉੱਥੇ ਨਿਜਾਨ ਲਿਖਿਆ, ਜੋ ਵੀ ਹੈ ਸਾਖਸ਼ੀ ਧਿਆਨ ਰੱਖਿਓ, ਮੈਂ ਤਾਂ ਏਦਾਂ ਯਾਦ ਕੀਤਾ ਹੋਇਆ ਵੀ ਧੋਨੀ ਨੇ ਇੱਕ ਕਿਤਾਬ ਰਿਲੀਜ਼ ਕੀਤੀ ਹੈ, ਲਾਂਚ ਕੀਤੀ ਹੈ। ਕਿਤਾਬ ਦਾ ਨਾਂ ਕੀ ਹੈ? ਸਾਖਸ਼ੀ। ਸਾਖਸ਼ੀ ਕੌਣ ਹੈ? ਸਾਖਸ਼ੀ ਧੋਨੀ ਦੀ ਘਰਵਾਲੀ ਹੈ। ਤਾਂ ਸਾਖਸ਼ੀ ਜਿਹੜੀ ਕਿਤਾਬ ਹੈ ਲਿਖੀ ਕਿਹਨੇ? ਇਹ ਪ੍ਰੋਫੈਸਰ KK ਅਬਦੁਲ ਗਫਾਰ ਨੇ ਲਿਖਿਆ, ਤੇ ਉਹਨਾਂ ਦੀ ਆਪਣੀ ਜੀਵਨੀ ਹੈ, ਆਪਣੀ ਆਤਮ ਕਥਾ ਹੈ। ਤਾਂ ਪੇਪਰ 'ਚ ਆਪਣੇ ਕੋਲ ਕਈ ਵਾਰ ਪੁੱਛਿਆ ਜਾਂਦਾ ਸਵਾਲ ਇਹ ਵਾਲਾ ਕਿ ਇਹ ਵਾਲੀ ਬਾਇਓਗ੍ਰਾਫੀ ਕਿਹਦੀ ਹੈ, ਆਟੋਬਾਇਓਗ੍ਰਾਫੀ ਕਿਹਦੀ ਹੈ, ਤਾਂ ਇੰਪੋਰਟੈਂਟ ਹੈ, ਧਿਆਨ ਰੱਖਿਓ। ਅੱਗੇ ਚੱਲਦੇ ਹਾਂ ਆਪਾਂ। ਇੱਕ ਕਿਤਾਬ ਹੈ ਜੀ ਜਾਦੂਨਾਮਾ, ਜਿਹੜੀ ਇੱਕ ਬਹੁਤ ਹੀ ਵੱਡੇ ਜਿਹੜੇ ਸਾਡੇ ਲਿਖਾਰੀ ਨੇ, ਲਿਰਿਸਿਸਟ ਨੇ, ਜਾਵੇਦ ਅਖਤਰ, ਇਹਨਾਂ ਦੇ ਉੱਤੇ ਲਿਖੀ ਹੈ। ਕਿਹਨੇ ਲਿਖੀ ਹੈ? ਅਰਵਿੰਦ ਮੰਡਲੋਈ ਨੇ। ਅੱਜ ਜਿੱਦਾਂ ਤੁਸੀਂ ਦੇਖ ਸਕਦੇ ਹੋ ਗੁਲਜ਼ਾਰ ਸਾਹਿਬ ਨੇ, ਅੱਜ ਜਾਵੇਦ ਅਖਤਰ ਦਾ ਮੁੰਡਾ ਫਰਹਾਨ ਅਖਤਰ, ਅੱਜ ਜਾਵੇਦ ਅਖਤਰ ਦੀ ਧੀ ਜੋਇਆ ਅਖਤਰ, ਅੱਜ ਜਾਵੇਦ ਅਖਤਰ ਦੀ ਘਰ ਵਾਲੀ, ਇਹਨਾਂ ਦਾ ਮੈਨੂੰ ਨਾਂ ਨਹੀਂ ਪਤਾ। ਤਾਂ ਜਾਦੂਨਾਮਾ ਕਿਹਦੇ ਉੱਤੇ ਰੱਖੀ ਹੈ ਕਿਤਾਬ? ਲਿਖੀ ਹੈ ਇਹ ਜਾਵੇਦ ਅਖਤਰ ਸਾਹਿਬ ਉੱਤੇ ਲਿਖੀ ਹੈ। ਜਾਦੂਨਾਮਾ ਕਿਉਂ? ਕਹਿੰਦੇ ਬਚਪਨ ਵਿੱਚ ਇਹਨਾਂ ਦੇ ਪਿਓ ਨੇ ਇਹਨਾਂ ਦਾ ਪਹਿਲਾਂ ਨਾ ਜਾਦੂ ਰੱਖਤਾ ਸੀਗਾ, ਤਾਂ ਇਹਨੂੰ ਕਿਹਾ ਜਾਂਦਾ ਹੈ ਕਿਤਾਬ ਨੂੰ ਜਾਦੂਨਾਮਾ। ਠੀਕ ਹੈ ਜੀ, ਗੱਲ ਧਿਆਨ ਰੱਖਿਓ ਜੀ, ਜਾਦੂਨਾਮਾ। ਅੱਗੇ ਚੱਲਦੇ ਹਾਂ। ਤਾਂ ਪ੍ਰਿੰਸ ਹੈਰੀ, ਇਹ ਇੰਗਲੈਂਡ ਦਾ ਪ੍ਰਿੰਸ ਸੀਗਾ, UK ਦਾ, ਅੱਜ ਕੱਲ੍ਹ ਕੈਨੇਡਾ ਰਹਿੰਦਾ। ਘਰਵਾਲੀ ਨਾਲ ਵਿਆਹ ਕਰਾ ਲਿਆ, ਫਿਰ ਭੱਜ ਗਿਆ ਉੱਥੋਂ। ਫਿਰ ਕਹਿੰਦੀ ਘਰਵਾਲੀ ਕਹਿੰਦੀ ਬਣ ਨਹੀਂ ਰਹੀ ਮੇਰੀ, ਮੁੰਡਾ ਕਹਿੰਦਾ ਬਣ ਨਹੀਂ ਰਿਹਾ, ਬਸ ਘਰ ਕਲੇਸ਼ ਜਿਹੜੇ ਹੁੰਦੇ ਨਾ, ਉਹ ਵਾਲੇ ਕਲੇਸ਼ ਬਿਲਕੁਲ ਪ੍ਰੋਪਰ ਜਿੱਦਾਂ ਇੰਡੀਅਨ TV ਡਰਾਮਾ, ਉਹੀ ਡਰਾਮਾ ਚੱਲਿਆ। ਇਹ ਛੱਡ ਕੇ ਚਲੇ ਗਏ ਕੈਨੇਡਾ ਨੇ ਅੱਜ ਕੱਲ੍ਹ। ਤਾਂ ਇਹਨੇ ਆਪਣੀ ਯਾਦਾਂ ਲਿਖੀਆਂ ਨੇ, ਇਹਨੇ ਆਪਣੀ ਕੁਝ ਕਹਾਣੀਆਂ ਲਿਖੀਆਂ, ਕਹਿੰਦੇ ਇਹ ਮੇਰੀ ਕੁਝ ਯਾਦਾਂ ਨੇ। ਕੀ ਨਾਂ ਰੱਖਿਆ ਨੇ? ਸਪੇਅਰ। ਇਹ ਪੇਪਰ 'ਚ ਆਉਣ ਵਾਲਾ ਸਵਾਲ ਹੈ ਸਿੱਧਾ। ਪ੍ਰਿੰਸ ਹੈਰੀ ਨੇ ਲਿਖਿਆ ਸਪੇਅਰ, ਠੀਕ ਹੈ। ਅੱਗਾ ਇੱਕ ਕਿਤਾਬ ਹੈ, ਕਿਤਾਬ ਦਾ ਨਾਮ ਹੈ ਬ੍ਰੇਵਿੰਗ ਅ ਵਾਇਰਲ ਸਟਾਰਮ, ਇੰਡੀਆ ਦੀ COVID-19 ਵੈਕਸੀਨ ਦੀ ਸਟੋਰੀ, ਲਿਖੀ ਹੈ ਆਸ਼ੀਸ਼ ਚੰਡੋਰਕਰ ਨੇ। ਹੁਣ ਇਹ ਵੀ ਉੱਦਾਂ ਇੰਪੋਰਟੈਂਟ ਨਹੀਂ ਸੀਗੀ, ਇਹ ਤਾਂ ਬਹੁਤ ਪੁਰਾਣਾ ਹੋ ਗਿਆ COVID-19। ਇੱਥੇ ਵੀ ਦੱਸਿਆ ਵੀ ਕਿੱਦਾਂ ਇੰਡੀਆ ਨੇ ਵੈਕਸੀਨ ਲਿਆਏ, ਅਸੀਂ ਜਿਹੜਾ ਕੋਵਿਡ ਵਾਲਾ ਹਿਸਾਬ ਕਿਤਾਬ ਸੀਗਾ ਉਹਨੂੰ ਅਸੀਂ ਕਿੱਦਾਂ ਲੜਾਈ ਕਰੀ। ਇੰਪੋਰਟੈਂਟ ਇਸ ਕਰਕੇ ਕਿਉਂਕਿ ਸਾਡੇ ਹੈਲਥ ਮਿਨਿਸਟਰ ਜਿਹੜੇ ਮਨਸੁਖ ਮਾਂਡਵੀਆ, ਤਾਂ ਉਹਨਾਂ ਨੇ ਲਾਂਚ ਕੀਤੀ ਹੈ ਇਹ ਕਿਤਾਬ। ਲਿਖੀ ਕਿਹਨੇ ਆ? ਆਸ਼ੀਸ਼ ਚੰਡੋਰਕਰ ਨੇ। ਚਲੋ ਹੁਣ ਦੇਖੋ ਅਗਲੀ, ਅਮਿਤ ਸ਼ਾਹ ਜੀ ਨੇ ਲਿਖੀ ਹੈ ਕਿਤਾਬ ਲਿਖੀ ਮਤਲਬ ਰਿਲੀਜ਼ ਕੀਤੀ ਹੈ, ਲਾਂਚ ਕੀਤੀ ਹੈ, ਲਿਖੀ ਹੈ ਸੰਜੀਵ ਸਨਿਆਲ ਨੇ। ਯਾਦ ਹੈ ਸਚਿੰਦਰਨਾਥ ਸਨਿਆਲ, ਇੱਕ ਸਾਡੇ ਫਰੀਡਮ ਫਾਈਟਰ ਵੀ ਹੁੰਦੇ ਸੀਗੇ, ਇਹ ਤੁਹਾਨੂੰ ਯਾਦ ਵੀ ਹੋ ਜੂਗੀ। ਰੈਵੋਲਿਊਸ਼ਨਰੀਜ਼ ਦਾ ਅਦਰ ਸਟੋਰੀ ਆਫ ਹਾਊ ਇੰਡੀਆ ਵਨ ਇਟਸ ਫਰੀਡਮ, ਤੇ ਕਿਤਾਬ ਵੀ ਉਹਦੇ ਉੱਤੇ ਹੈ। ਵੀ ਦੂਜੀ ਸਟੋਰੀ, ਇੱਕ ਤਾਂ ਸਾਨੂੰ ਪਤਾ ਕਿ ਹਾਂ ਠੀਕ ਹੈ ਗਾਂਧੀ ਜੀ ਆਏ 1915 16 17 18 ਐ ਹੋਇਆ, ਇੰਟਰਨੈਸ਼ਨਲ ਕਾਂਗਰਸ, ਆਪਣੀ ਮੁਸਲਿਮ ਲੀਗ ਹੋ ਗਈ, ਸੂਰਤ ਪੈਕਟ ਹੋ ਗਿਆ, ਸੂਰਤ ਸਪਲਿਟ ਹੋ ਗਿਆ, ਲਖਨਊ ਪੈਕਟ ਹੋ ਗਿਆ, ਉੱਦਾਂ ਇੱਕ ਕਹਿੰਦੇ ਦੂਜੀ ਸਟੋਰੀ। ਤਾਂ ਇਹ ਕਿਤਾਬ ਕੀਤੀ ਹੈ ਲਾਂਚ, ਅਮਿਤ ਸ਼ਾਹ ਜੀ ਨੇ ਕੀਤੀ ਹੈ। ਕਿਤਾਬ ਦਾ ਨਾਂ ਕੀ ਹੈ? ਰੈਵੋਲਿਊਸ਼ਨਰੀਜ਼ ਦ ਅਦਰ ਸਟੋਰੀ ਆਫ ਹਾਊ ਇੰਡੀਆ ਵਨ ਇਟਸ ਫਰੀਡਮ, ਕਿੰਦਾ ਇੰਡੀਆ ਨੇ ਆਪਣੀ ਆਜ਼ਾਦੀ ਲਈ। ਤੇ ਕਿਹਨੇ ਲਿਖੀ ਹੈ? ਸੰਜੀਵ ਸਨਿਆਲ ਨੇ ਲਿਖੀ ਹੈ। ਤੇ ਲਾਂਚ ਕਿਹਨੇ ਕੀਤੀ? ਸਾਡੇ ਹੋਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਜੀ ਨੇ ਕੀਤੀ। ਅੱਗੇ ਚੱਲਦੇ ਹਾਂ। ਤਾਂ ਇਹ ਦੇਖੋ ਕਿਤਾਬ ਦਾ ਨਾਂ ਕੀ ਹੈ? ਆਜਾ ਚੱਲ ਭੱਜੀਏ।
ਇਹ ਦੇਖੋ, ਇਹ ਪੰਜਾਬੀ ਚ ਆਓ ਚਲੋ ਚੱਲੀਏ, ਆਜਾ ਚੱਲ ਭੱਜੀਏ, ਕਮ ਲੈਟਸ ਰਨ। ਇਹ ਤਮਿਲਨਾਡੂ ਦੇ ਹੈਲਥ ਤੇ ਫੈਮਿਲੀ ਵੈਲਫੇਅਰ ਮਿਨਿਸਟਰ ਨੇ ਜਿਹੜੇ MA ਸੁਬਰਾਮਣੀਅਮ, ਉਹਨਾਂ ਨੇ ਲਿਖੀ ਹੈ। ਤੇ ਰਿਲੀਜ਼ ਕਿਸਨੇ ਕੀਤੀ? ਇਹ ਇੱਕ ਕ੍ਰਿਕਟ ਖਿਡਾਰੀ ਹੈ, ਯਾਦ ਹੋਊਗਾ ਤੁਹਾਨੂੰ, ਕੇ ਸ਼੍ਰੀਕਾਂਤ ਕਰਕੇ, ਕ੍ਰਿਸ਼ਨਮਚਾਰੀ ਸ਼੍ਰੀਕਾਂਤ। ਤਾਂ ਇੰਪੋਰਟੈਂਟ ਗੱਲ ਹੈ, ਧਿਆਨ ਰੱਖੋ। ਆਜਾ ਚੱਲ ਭੱਜੀਏ ਜਿਹੜੇ ਤਮਿਲਨਾਡੂ ਦੇ ਹੋਮ ਹੈਲਥ ਮਿਨਿਸਟਰ ਨੇ MA ਸੁਬਰਾਮਣੀਅਮ ਨੇ ਲਿਖੀ ਹੈ ਤੇ ਲਾਂਚ ਕੀਤੀ ਹੈ ਕੇ ਸ਼੍ਰੀਕਾਂਤ ਨੇ। अनुराग बिहार, ਤਾਂ ਇਹਨਾਂ ਨੇ ਬਹੁਤ ਇੰਪੋਰਟੈਂਟ ਹੈ ਜੀ ਪਰਸਨੈਲਿਟੀ, अनुराग बिहार ਭਾਜੀ। ਤਾਂ ਇਹਨਾਂ ਨੇ ਕਿਤਾਬ ਲਿਖੀ ਹੈ ਅ ਮੈਟਰ ਆਫ ਹਾਰਟ, ਕਹਿੰਦੇ ਵੀ ਦਿਲ ਦਾ ਮਾਮਲਾ ਹੈ। ਤਾਂ ਦਿਲ ਦਾ ਮਾਮਲਾ ਹੈ, ਕਹਿੰਦੇ ਜੀ ਪੜ੍ਹਾਈ ਲਿਖਾਈ ਕਿੱਦਾਂ ਦੀ ਹੈ ਇੰਡੀਆ ਵਿੱਚ, ਐਜੂਕੇਸ਼ਨ ਸਿਸਟਮ ਕਿੱਦਾਂ ਦਾ ਹੈ, ਉਹਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਹੈ। ਅ ਮੈਟਰ ਆਫ ਹਾਰਟ ਯਾਨੀ ਕਹਿੰਦੇ ਦਿਲ ਦਾ ਮਾਮਲਾ ਹੈ। ਦਿਲ ਦਾ ਮਾਮਲਾ ਕਿਹਦਾ ਹੈ? अनुराग बिहार ਦਾ ਦਿਲ ਦਾ ਮਾਮਲਾ ਹੈ। ਅੱਗੇ ਚੱਲਦੇ ਹਾਂ। ਸਨੇਕਸ ਇਨ ਦਾ ਗੰਗਾ ਬ੍ਰੇਕਿੰਗ ਇੰਡੀਆ 2.0, ਇਹ ਕਿਹਨੇ ਲਿਖੀ? ਸ਼੍ਰੀ ਰਾਜੀਵ ਮਲਹੋਤਰਾ ਤੇ ਮਿਸਿਸ ਵਿਜੇ ਵਿਸ਼ਵਨਾਥਨ ਨੇ। ਇਹਦੇ ਵਿੱਚ ਨਵੇਂ ਭਾਰਤ ਦੀ ਗੱਲ ਕੀਤੀ ਗਈ ਹੈ ਵੀ ਨਵਾਂ ਭਾਰਤ ਕਿੱਦਾਂ ਦਾ ਹੈ। ਅਸੀਂ ਐਡਵਾਂਸ ਜ਼ਰੂਰ ਕਰ ਰਹੇ ਹਾਂ, ਲੇਕਿਨ ਐਡਵਾਂਸ ਕਰਨ ਦੇ ਨਾਲ ਨਾਲ ਅਸੀਂ ਆਪਣਾ ਕਲਚਰ, ਆਪਣੀ ਰੂਟਸ ਨਹੀਂ ਭੁੱਲੇ। ਜੇ ਤਿਉਹਾਰ ਹੁੰਦਾ ਹੈ ਅਸੀਂ ਅੱਜ ਵੀ ਵਰਤ ਰੱਖਦੇ ਹਾਂ, ਠੀਕ ਹੈ ਜੀ, ਕੁਝ ਵੀ ਹੁੰਦਾ ਹੈ ਅਸੀਂ ਮਨਾਉਂਦੇ ਹਾਂ। ਤਾਂ ਉਹਦੇ ਬਾਰੇ ਗੱਲ ਕੀਤੀ ਹੈ ਵੀ ਇੰਡੀਆ ਹੁਣ ਉਹੀ ਨਹੀਂ ਰਿਹਾ ਵੀ ਸਨੇਕ ਚਾਰਮਰ, ਇਹਨੂੰ ਇੰਡੀਆ ਨੂੰ ਕਿਹਾ ਜਾਂਦਾ ਸੀਗਾ ਪਹਿਲਾਂ ਦ ਲੈਂਡ ਆਫ ਸਨੇਕ ਚਾਰਮਰਸ, ਹੁਣ ਉਹੀ ਨਹੀਂ ਰਹਿ ਗਿਆ। ਹੁਣ ਇੰਡੀਆ ਇਜ਼ ਮਚ ਮੋਰ ਦੈਨ ਦੈਟ। ਆਓ, ਇਹ ਬਹੁਤ ਇੰਪੋਰਟੈਂਟ ਕਿਤਾਬ ਹੈ। ਤਾਂ ਜੀ ਬਿਪਿਨ ਦ ਮੈਨ ਬਿਹਾਈਂਡ ਦਾ ਯੂਨੀਫਾਰਮ, ਜਿੱਦਾਂ ਤੁਹਾਨੂੰ ਪਤਾ ਹੋਗਾ ਸਾਡੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਸੀਗੇ ਜਨਰਲ ਬਿਪਿਨ ਰਾਵਤ, ਇਹਨਾਂ ਦੀ ਪਿਛਲੇ ਤੋਂ ਪਿਛਲੇ ਸਾਲ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਸੀਗੀ। ਤਾਂ ਇਹਨਾਂ ਦੇ ਉੱਤੇ ਕਿਤਾਬ ਲਿਖੀ ਹੈ ਜੀ ਰਚਨਾ ਬਿਸਵਤ ਰਾਵਤ ਨੇ ਵੀ ਯਾਰ ਬਿਪਿਨ ਰਾਵਤ ਸੀਗਾ ਜਿਹੜਾ, ਕਹਿੰਦੇ ਇਹ ਇੱਕ ਤਾਂ ਫੌਜੀ ਦੇ ਰੂਪ ਵਿੱਚ ਸਾਨੂੰ ਪਤਾ ਹੈ ਵੀ ਪਹਿਲਾ ਚੀਫ ਆਫ ਡਿਫੈਂਸ ਸਟਾਫ ਸੀਗਾ, ਕਹਿੰਦੇ ਬਿਨਾਂ ਯੂਨੀਫਾਰਮ ਦੇ ਬਾਈ ਜੀ ਕਿੱਦਾਂ ਸੀਗੇ, ਨੇਚਰ ਕਿੱਦਾਂ ਸੀਗਾ, ਫੈਮਿਲੀ ਮੈਨ ਸੀਗਾ, ਕੀ ਸੀਗਾ, ਉਹ ਸਭ ਕੁਝ ਇਹਦੇ ਵਿੱਚ ਦੱਸਿਆ ਗਿਆ ਹੈ। ਅਗਲਾ ਬਹੁਤ ਇੰਪੋਰਟੈਂਟ ਕਿਤਾਬ ਹੈ ਜੀ ਮੁੰਡਕਾ ਉਪਨਿਸ਼ਦ ਦ ਗੇਟਵੇ ਟੂ ਐਟਰਨਿਟੀ, ਠੀਕ ਹੈ ਜੀ, ਮੁੰਡਕਾ ਉਪਨਿਸ਼ਦ ਦ ਗੇਟਵੇ ਟੂ ਐਟਰਨਿਟੀ। ਇਹ ਲਿਖੀ ਜੀ ਸਾਬਕਾ MP ਡਾਕਟਰ ਕਰਨ ਸਿੰਘ ਨੇ, ਠੀਕ ਹੈ। ਤੇ ਲਾਂਚ ਕਿਹਨੇ ਕੀਤੀ ਹੈ? ਸਾਡੇ ਉਪ ਰਾਸ਼ਟਰਪਤੀ ਨੇ ਜਿਹੜੇ ਜਗਦੀਪ ਧਨਖੜ ਸਾਹਿਬ ਨੇ। ਦੇਖੋ ਪਤਾ ਕਿ ਅੱਧੀਆਂ ਕਿਤਾਬਾਂ ਇੰਪੋਰਟੈਂਟ ਨਹੀਂ ਹੁੰਦੀਆਂ, ਲੇਕਿਨ ਜੋ ਬੰਦਾ ਲਾਂਚ ਕਰ ਰਿਹਾ ਨਾ ਉਹ ਇੰਪੋਰਟੈਂਟ ਬਣ ਜਾਂਦਾ। ਤਾਂ ਕਰਕੇ ਜਿੱਦਾਂ MS ਧੋਨੀ, ਰੰਜਨ ਗੋਗੋਈ, ਅਮਿਤ ਸ਼ਾਹ, ਹੁਣ ਸਾਡੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸਾਹਿਬ। ਅਗਲਾ ਵੈਰੀ ਇੰਪੋਰਟੈਂਟ, ਬਹੁਤ ਵੱਡੀ ਹਸਤੀ ਹੈ ਸਲਮਾਨ ਰਸ਼ਦੀ। ਇਹਦਾ ਨਵਾਂ ਨੋਵਲ ਆਇਆ ਜੀ ਵਿਕਟਰੀ ਸਿਟੀ ਕਹਿ ਰਿਹਾ ਮੈਂ, ਇਹ ਤਾਂ ਨਵਾਂ ਨੋਵਲ ਆਇਆ ਹੈ ਵਿਕਟਰੀ ਸਿਟੀ। ਤਾਂ ਧਿਆਨ ਰੱਖਿਆ ਜੀ ਸਲਮਾਨ ਰਸ਼ਦੀ ਦਾ ਨਵਾਂ ਨੋਵਲ ਵਿਕਟਰੀ ਸਿਟੀ ਬਹੁਤ ਇੰਪੋਰਟੈਂਟ ਹੈ। ਤਾਂ ਜੀ ਬੰਦਾ ਇੱਕ R ਸ਼੍ਰੀਧਰ ਕਰਕੇ, ਇਹ ਨਾ ਇੰਡੀਆ ਦਾ ਫੀਲਡਿੰਗ ਕੋਚ ਹੁੰਦਾ ਸੀਗਾ। ਤਾਂ ਇਹਨੇ 7 ਸਾਲਾਂ ਤੱਕ ਇੰਡੀਆ ਦਾ ਫੀਲਡਿੰਗ ਕੋਚ ਸੀਗਾ। ਤਾਂ ਇਹਨੇ ਕਿਤਾਬ ਲਿਖੀ ਹੈ ਕੋਚਿੰਗ ਬਿਯੋਂਡ ਮਾਈ ਡੇਜ਼ ਵਿਦ ਦਾ ਇੰਡੀਅਨ ਕ੍ਰਿਕਟ ਟੀਮ, ਵੀ ਯਾਰ ਕੋਚਿੰਗ ਤਾਂ ਠੀਕ ਹੈ, ਕੋਚਿੰਗ ਤੋਂ ਬਾਹਰ ਨਿਕਲ ਕੇ ਵੀ ਮੇਰੇ ਜਿਹੜੇ ਦਿਨ ਸੀਗੇ ਇੰਡੀਅਨ ਕ੍ਰਿਕਟ ਟੀਮ ਨਾਲ ਕਿੱਦਾਂ ਰਹੇ। ਤਾਂ ਇੱਕ ਤਾਂ R ਸ਼੍ਰੀਧਰ ਨੇ ਲਿਖੀ ਹੈ, ਤਾਂ ਇਹਦੀ ਮਦਦ ਕਿਹਨੇ ਕੀਤੀ ਹੈ? R ਕੌਸ਼ਿਕ ਨੇ ਕੀਤੀ ਹੈ। ਗੱਲਾਂ ਰੱਖਾਂਗੇ ਧਿਆਨ, ਇੰਡੀਅਨ ਟੀਮ ਦਾ ਫੀਲਡਿੰਗ ਕੋਚ ਸੀਗਾ। ਪੇਪਰ 'ਚ ਇਦਾਂ ਆ ਸਕਦਾ ਸਵਾਲ ਕਿ ਕੋਚਿੰਗ ਬਿਯੋਂਡ ਲਿਖੀ ਹੈ R ਸ਼੍ਰੀਧਰ ਨੇ ਲਿਖੀ ਹੈ, ਉਹ ਕੌਣ ਸੀਗਾ? ਇੰਡੀਅਨ ਟੀਮ ਦਾ ਕ੍ਰਿਕਟ ਵਾਲਾ ਬੈਟਿੰਗ ਕੋਚ ਸੀਗਾ, ਫੀਲਡਿੰਗ ਕੋਚ ਸੀਗਾ, ਬੋਲਿੰਗ ਕੋਚ ਸੀਗਾ, ਹੈਡ ਕੋਚ ਸੀਗਾ। ਧਿਆਨ ਰੱਖਣਾ ਇਹ ਫੀਲਡਿੰਗ ਕੋਚ ਸੀਗਾ। ਅਗਲਾ ਵੈਰੀ ਇੰਪੋਰਟੈਂਟ ਪਰਸਨੈਲਿਟੀ, ਬਹੁਤ ਇੰਪੋਰਟੈਂਟ ਕਿਤਾਬ, ਆਟੋਬਾਇਓਗ੍ਰਾਫੀ ਆ ਰਹੀ ਹੈ ਗੁਲਾਮ ਨਬੀ ਆਜ਼ਾਦ ਦੀ। ਸਾਬਕਾ MP ਰਹਿ ਚੁੱਕੇ ਨੇ, ਬਹੁਤ ਟਾਈਮ MP ਰਹਿ ਚੁੱਕੇ ਨੇ। ਨਾ ਕੀ ਹੈ? ਆਜ਼ਾਦ। ਇਹ ਥੋੜਾ ਯਾਦ ਰੱਖਣਾ ਸੌਖਾ ਹੋ ਗਿਆ ਨਾ, ਗੁਲਾਮ ਨਬੀ ਆਜ਼ਾਦ ਸਾਹਿਬ ਦੀ ਆਤਮ ਕਥਾ ਆਜ਼ਾਦ। ਤਾਂ ਜੀ ਇੱਕ ਹੈ ਤਮਿਲ ਰਾਈਟਰ ਹੈ ਜੀ ਇੱਕ ਪੇਰੂਮਲ ਮੁਰੂਗਨ, ਤਾਂ ਇਹਦਾ ਨੋਵਲ ਹੈ ਇੱਕ ਪਾਇਰ। ਇਹ ਜੀ ਇੰਟਰਨੈਸ਼ਨਲ ਬੁੱਕਰ 2023 ਲਈ ਸ਼ਾਰਟ ਲਿਸਟ ਹੋਇਆ ਹੈ। ਤਾਂ ਇੰਪੋਰਟੈਂਟ ਹੈ, ਵੈਸੇ ਆਪਾਂ ਪੜ੍ਹਨਾ ਵੀ ਨਹੀਂ ਸੀਗਾ। ਤਾਂ ਜੀ ਕੀ ਲਿਖਿਆ? ਤਮਿਲ ਲੇਖਕ ਪੇਰੂਮਲ ਮੁਰੂਗਨ ਦਾ ਨੋਵਲ ਪਾਇਰੇ ਅੰਤਰਰਾਸ਼ਟਰੀ ਬੁੱਕ 2023 ਦੀ ਲੰਬੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਲੇਕਿਨ ਸ਼ਾਰਟ ਲਿਸਟ ਨਹੀਂ ਹੋਇਆ, ਸੌਰੀ ਮੈਂ ਸ਼ਾਰਟ ਲਿਸਟ ਕਹਿਤਾ, ਲੌਂਗ ਲਿਸਟ ਹੋਇਆ ਹੈ। ਤੇ ਅੱਗੇ ਜਾ ਕੇ ਸ਼ਾਇਦ ਇਹਨੂੰ ਸ਼ਾਰਟ ਲਿਸਟ ਵੀ ਕੀਤਾ ਜਾਓ ਤੇ ਅੱਗੇ ਜਾ ਕੇ ਇਹ ਸ਼ਾਇਦ ਜਿੱਤ ਵੀ ਸਕਦਾ ਹੈ ਭਾਰਤ ਵੱਲੋਂ। ਜਿੱਦਾਂ ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਕੌਣ ਜਿੱਤਿਆ ਸੀਗਾ ਬੁੱਕਰ ਪ੍ਰਾਈਜ਼? ਗੀਤਾਂਜਲੀ ਸ਼੍ਰੀ ਦੀ ਕਿਤਾਬ ਕਿਹੜੀ ਸੀ? ਦ ਟੂਮ ਆਫ ਸੈਂਡ, ਰੇਤ ਕੀ ਸਮਾਧੀ। ਯਾਦ ਰੱਖਣੀ ਗੱਲਾਂ। ਉੱਦਾਂ ਹੀ ਤਮਿਲ ਲੇਖਕ ਪੇਰੂਮਲ ਮੁਰੂਗਨ ਦਾ ਪਾਇਰ, ਠੀਕ ਹੈ ਜੀ, ਪਾਇਰ। ਅਗਲਾ ਕੋਟਿੰਗ ਇੰਡੀਆ ਇੰਗਲੈਂਡ ਮੁਗਲ ਇੰਡੀਆ ਐਂਡ ਦਾ origins ਆਫ empire ਬਾय ਨੰਦਿਨੀ ਦਾਸ। ਇਹ ਉਨੀ ਇੰਪੋਰਟੈਂਟ ਨਹੀਂ ਹੈ, ਬਸ ਇਹਦੀ ਫੋਟੋ ਸੋਹਣੀ ਲੱਗੀ ਮੈਨੂੰ ਤਾਂ ਮੈਂ ਲਿਆ। ਨਹੀਂ ਇੰਪੋਰਟੈਂਟ ਹੈ ਜੀ ਨੰਦਿਨੀ ਦਾਸ, ਇੰਗਲੈਂਡ ਵਿੱਚ ਹੈਗੀ ਹੈ ਜੀ, ਲਿਵਰਪੂਲ ਸ਼ਾਇਦ। ਤਾਂ ਬਹੁਤ ਵਧੀਆ ਲਿਖਾਰੀ ਨੇ, ਤਾਂ ਧਿਆਨ ਰੱਖਣਾ ਕਿਤਾਬ ਵੀ ਬਹੁਤ ਇੰਪੋਰਟੈਂਟ। ਸਟੇਟ ਬੈਂਕ ਆਫ ਇੰਡੀਆ ਨੇ ਲਾਂਚ ਕੀਤੀ ਕਾਫੀ ਟੇਬਲ ਬੁੱਕ ਦ ਬੈਂਕਰ ਟੂ ਐਵਰੀ ਇੰਡੀਅਨ। ਪੇਪਰ 'ਚ ਕਿੱਦਾਂ ਸਵਾਲ ਆ ਸਕਦਾ ਕਿ ਕਾਫੀ ਟੇਬਲ ਬੁੱਕ ਲਾਂਚ ਕੀਤੀ ਹੈ ਦ ਬੈਂਕਰ ਟੂ ਐਵਰੀ ਇੰਡੀਅਨ, ਕਿਹਨੇ ਕੀਤੀ ਹੈ? ਤਾਂ ਸਟੇਟ ਬੈਂਕ ਆਫ ਇੰਡੀਆ ਨੇ ਕੀਤੀ ਹੈ। ਧਿਆਨ ਰੱਖਿਓ ਕਾਫੀ ਟੇਬਲ ਬੁੱਕ ਦਾ ਮਤਲਬ ਹੈ ਵੱਡੀ ਕਿਤਾਬ ਹੈ, ਫੋਟੋਆਂ ਜ਼ਿਆਦਾ ਹੁੰਦੀਆਂ ਨੇ, ਥਿਊਰੀ ਘੱਟ ਹੁੰਦੀ ਹੈ। ਬਸ ਐ ਰੱਖਤੀ ਕਿਤਾਬ ਟੇਬਲ ਉੱਤੇ, ਤੁਸੀਂ ਦੇਖਿਆ ਹੁੰਦਾ ਮੈਗਜ਼ੀਨ ਵਾਂਗੂ ਐ ਪਲਟ ਕੇ ਦੇਖੀ ਗਏ। ਮੈਗਜ਼ੀਨ ਵਿੱਚ ਲਿਖਿਆ ਬਹੁਤ ਹੁੰਦਾ, ਪੜ੍ਹਨਾ ਪੈਂਦਾ ਬਹਿ ਕੇ, ਇਹਨੂੰ ਪੜ੍ਹਨਾ ਨਹੀਂ, ਫੋਟੋ ਵਾਲੀ ਹੈ। ਇਹ ਹੈ ਜੀ SBI ਨੇ ਕੱਢੀ, ਸਟੇਟ ਬੈਂਕ ਆਫ ਇੰਡੀਆ ਨੇ। ਬਹੁਤ ਇੰਪੋਰਟੈਂਟ ਕਿਤਾਬ
ਸਚਿਨ @50 ਯਾਨੀ ਕਿ 24 ਅਪ੍ਰੈਲ 1973 ਨੂੰ ਸਚਿਨ ਤੇਂਦੁਲਕਰ ਦਾ ਜਨਮ ਹੋਇਆ ਸੀਗਾ ਤੇ ਹੁਣ 50 ਸਾਲ ਹੋ ਚੁੱਕੇ ਨੇ ਸਚਿਨ ਤੇਂਦੁਲਕਰ ਨੂੰ, ਯਾਨੀ ਕਿ ਹੈਪੀ ਬਰਥਡੇ। ਤਾਂ ਇੱਕ ਬਹੁਤ ਹੀ ਵੱਡੇ ਸਪੋਰਟਸ ਜਰਨਲਿਸਟ ਕਹਿ ਲਓ ਤੁਸੀਂ, ਰਾਈਟਰ ਕਹਿ ਲਓ, ਬੋਰੀਆ ਮਜੁਮਦਾਰ, ਤਾਂ ਜੀ ਉਹਨਾਂ ਨੇ ਲਾਂਚ ਕੀਤੀ ਹੈ ਇੱਕ ਕਿਤਾਬ, ਕੀ ਹੈ, ਸਚਿਨ @50 ਸੈਲੀਬ੍ਰੇਟਿੰਗ ਅ ਮੇਸਟਰੋ। ਮੇਸਟਰੋ ਮਤਲਬ ਮਾਸਟਰ ਤੋਂ ਵੀ ਉੱਤੇ, ਕੀ ਆਹਾ ਰੱਬ ਕਿਹਾ ਜਾਂਦਾ, ਭਗਵਾਨ ਦਾ ਕੁਛ ਤਾਂ ਹੋਣਾ ਹੀ ਹੈ ਬੰਦਾ। ਅਗਲਾ ਵੈਰੀ ਇੰਪੋਰਟੈਂਟ ਹੈ ਜੀ, ਟੈਨਿਸ ਲੈਜੈਂਡ ਹੈ ਇੱਕ ਜੈਦੀਪ ਮੁਖਰਜੀਆ, ਇਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ, ਕੀ ਨਾਂ ਹੈ, ਕ੍ਰੋਸ ਕੋਟ। ਹੁਣ 3 ਆ ਗਈਆਂ ਇਸ ਦੀ ਆਟੋਬਾਇਓਗ੍ਰਾਫੀਆਂ। ਇਹ ਟੈਨਿਸ ਵਾਲੇ ਜਿਹੜੇ ਨੇ ਜਗਦੀਪ ਮੁਖਰਜੀਆ, ਇਹਨਾਂ ਦੀ ਆ ਗਈ ਕ੍ਰੋਸ ਕੋਟ। ਗੁਲਾਮ ਨਬੀ ਆਜ਼ਾਦ ਦੀ ਆ ਗਈ ਆਜ਼ਾਦ, ਤੇ ਪ੍ਰੋਫੈਸਰ ਸੀਗੇ ਉਹਨਾਂ ਦੀ ਕਿਹੜੀ ਸੀ, ਅਣਜਾਨ ਸਾਕਸ਼ੀ ਜਿਹਨੂੰ ਧੋਨੀ ਨੇ ਕੀਤਾ ਲਾਂਚ। ਤਿੰਨੇ ਧਿਆਨ ਰੱਖਣੀ, ਬਹੁਤ ਇੰਪੋਰਟੈਂਟ ਹੈ, ਪੇਪਰ ਤੋਂ ਪਹਿਲਾਂ ਜ਼ਰੂਰ ਦੇਖ ਕੇ ਜਾਇਓ ਵੀਡੀਓ, ਜੇ ਹੁਣ ਦੇਖ ਲਈ ਇੱਕ ਵਾਰ ਦੁਬਾਰਾ ਦੇਖ ਕੇ ਜਾਇਓ। ਅੱਗੇ ਇਹ ਰੀਸੈਂਟ ਹੀ ਆਈ ਜੀ, ਅਮਿਤਾਭ ਘੋਸ਼ ਦੀ ਕਿਤਾਬ ਹੈ ਧੂਆਂ ਅਤੇ ਰਾਖ, ਯਾਨੀ ਕਿ ਸਮੋਕ ਐਂਡ ਐਸ਼ਿਜ਼। ਤੇ ਵੈਰੀ ਇੰਪੋਰਟੈਂਟ ਕਿਤਾਬ, ਕਿਉਂਕਿ ਹੁਣੇ ਤੁਹਾਨੂੰ ਯਾਦ ਹੋਊਗਾ ਕਿ ਮੋਦੀ ਜੀ ਦੇ 100 ਐਪੀਸੋਡ ਪੂਰੇ ਹੋਏ ਨੇ ਮਨ ਕੀ ਬਾਤ ਦੇ। ਪਹਿਲਾ ਮਨ ਕੀ ਬਾਤ 3 ਅਕਤੂਬਰ 2014 ਨੂੰ ਆਇਆ ਸੀਗਾ, ਤੇ ਹੁਣੇ 100 ਐਪੀਸੋਡ ਹੋ ਚੁੱਕੇ ਨੇ ਪੂਰੇ। ਤੇ 100ਵੇਂ ਐਪੀਸੋਡ ਵਿੱਚ ਦੌਰਾਨ ਉਹਦਾ ਜਿਹੜਾ ਫੰਕਸ਼ਨ ਰੱਖਿਆ ਸੀਗਾ, ਇੱਕ ਕਿਤਾਬ ਲਾਂਚ ਕੀਤੀ, ਕਲੈਕਟਿਵ ਸਪਿਰਿਟ ਕੰਕਰੀਟ ਐਕਸ਼ਨ। ਤੇ ਕਿਹਨੇ ਕੀਤੀ, ਸ਼ਸ਼ੀ ਸ਼ੇਖਰ ਵੈਂਪਤੀ, ਜਿਹੜੇ ਕਿ ਪ੍ਰਸਾਰ ਭਾਰਤੀ ਦੇ CEO ਰਹੇ ਸੀਗੇ ਪਿਛਲੇ 5 ਸਾਲ। ਪ੍ਰਸਾਰ ਭਾਰਤੀ ਕੌਣ, DD ਇੰਡੀਆ ਦੇਖਿਆ, ਉਹ ਚੈਨਲ ਵਾਲੇ, ਏਅਰ ਇੰਡੀਆ, ਆਲ ਇੰਡੀਆ ਰੇਡੀਓ, ਉਹ ਚੈਨਲ ਵਾਲੇ। ਧਿਆਨ ਰੱਖਣਾ, ਵੈਰੀ ਇੰਪੋਰਟੈਂਟ ਕਿਤਾਬ ਹੈ ਨਾ। ਚਲੋ ਹਾਂਜੀ, ਇਹ ਸੀਗੀ ਕਿਤਾਬਾਂ। ਬਾਕੀ ਜਾਂਦੇ ਜਾਂਦੇ ਬੱਚਾ ਤੁਹਾਨੂੰ ਦੁਬਾਰਾ ਮੈਂ ਗੱਲ ਕਹੂੰਗਾ, ਮੌਕੇ ਨਾ ਛੱਡਿਓ, ਮੌਕੇ ਬਾਰ-ਬਾਰ ਨਹੀਂ ਆਉਂਦੇ। ਮੈਨੂੰ ਪਤਾ ਅਗਲੇ ਸਾਲ ਕਾਂਸਟੇਬਲ ਸਬ ਇੰਸਪੈਕਟਰ ਦੀ ਵੈਕੈਂਸੀ ਦੁਬਾਰੇ ਆਣੀ ਹੈ, ਲੇਕਿਨ ਅਗਲੇ ਸਾਲ ਤੱਕ ਦਾ ਵੇਟ ਕਿਉਂ ਕਰਨਾ। 2 ਮਿੰਟ ਰੁਕ ਕੇ ਜਾਓ, ਬੈਠੇ ਹੋ ਨਾ ਹਜੇ 10 ਮਿੰਟ, 2 ਮਿੰਟ ਹੋਰ। ਅਗਲੇ ਸਾਲ ਦਾ ਵੇਟ ਕਿਉਂ ਕਰਨਾ ਹੈ, ਜਦੋਂ ਮੌਕਾ ਆਇਆ ਉਦੋਂ ਦੱਬ ਲਓ। ਕੀ ਪਤਾ ਤੁਹਾਡੀ ਕਿਸਮਤ 'ਚ ਇਸ ਵਾਰ ਨੌਕਰੀ ਲਿਖੀ ਹੋਵੇ ਤੇ ਤੁਸੀਂ ਤਿਆਰੀ ਨਹੀਂ ਕਰ ਰਹੇ, ਤੇ ਫਿਰ ਅਗਲੇ ਸਾਲ ਕੀ ਪਤਾ ਨਾ ਲਿਖੀ ਹੋਵੇ। ਜਦੋਂ ਡੇਟ ਨਿਕਲ ਗਈ ਨਾ, ਫਿਰ ਇੱਕ ਚਾਂਸ ਐ ਹੁੰਦਾ। ਉਹਨਾਂ ਤੋਂ ਪੁੱਛੋ ਜਿਹੜੇ 31 ਸਾਲਾਂ ਤੋਂ ਹੋ ਗਏ ਜੇ ਉਹਨਾਂ ਨੂੰ ਪੇਪਰ ਨਹੀਂ ਦੇ ਸਕਦੇ, ਉਹ ਚਾਹੁੰਦੇ ਬਸ ਇੱਕ ਚਾਂਸ ਮਿਲ ਜਾਵੇ। ਤਾਂ ਇਸ ਚਾਂਸ ਨੂੰ ਐਦਾਂ ਭਰੋ ਵੀ ਜਿੱਦਾਂ ਤੁਹਾਡਾ ਲਾਸਟ ਚਾਂਸ ਹੋਵੇ, ਐਦਾਂ ਤਿਆਰੀ ਕਰੋ। ਤਿਆਰੀ ਕਰਨ ਵਿੱਚ ਤੁਹਾਨੂੰ ਮਦਦ ਚਾਹੀਦੀ ਹੈ, ਸਵੇਰੇ 9 AM ਕਰੰਟ ਅਫੇਅਰ ਦੀ ਕਲਾਸ ਲਓ, ਫ੍ਰੀ ਆਫ ਕਾਸਟ ਹੈ YouTube, ਸਵੇਰੇ 6 ਤੋਂ ਲੈ ਕੇ ਰਾਤੀ 11 ਵਜੇ ਤੱਕ ਫ੍ਰੀ ਆਫ ਕਾਸਟ ਕਲਾਸਿਸ ਚੱਲਦੀਆਂ ਨੇ। ਜੇ ਤੁਹਾਨੂੰ ਅਫੋਰਡ ਕਰ ਸਕਦੇ ਹੋ ਤਾਂ ਮੈਂ ਦੁਬਾਰੇ ਕਹੂੰਗਾ, ਇਹ ਤੋਂ ਵਧੀਆ ਚੀਜ਼ ਤੁਹਾਡੇ ਕੋਲ ਨਹੀਂ ਹੈ। ਪੂਰੀ ਟੀਮ ਪੜਾਓਗੀ, ਕਰੰਟ ਅਫੇਅਰ ਦੀ ਸਪੈਸ਼ਲ ਤੁਹਾਨੂੰ ਮੈਂ ਕੰਪਾਈਲੇਸ਼ਨ ਦਊਂਗਾ, ਤੇ ਉਹ ਕੰਪਾਈਲੇਸ਼ਨ ਪੂਰੇ ਪੰਜਾਬ ਵਿੱਚ ਟੌਪ ਕੰਪਾਈਲੇਸ਼ਨ ਹੈ। ਕੋਈ ਵੀ ਬੱਚਾ ਜਿਹੜਾ ਪੰਜਾਬ ਅੱਡਾ ਤੋਂ ਪੜ੍ਹ ਰਿਹਾ ਹੁੰਦਾ, ਉਹਨਾਂ ਤੋਂ ਪੁੱਛੋ ਵੀ ਕਰੰਟ ਅਫੇਅਰਸ ਕਿੱਦਾਂ, ਉਹਨਾਂ ਤੋਂ ਛੱਡੋ, ਤੁਸੀਂ YouTube ਤੇ ਲਿਖ ਕੇ ਦੇਖਿਓ ਵੀ ਪੰਜਾਬ ਕਰੰਟ ਅਫੇਅਰਸ ਕੌਣ ਕਰਾਂਦਾ ਵਧੀਆ। YouTube ਤਾਂ ਝੂਠ ਨਹੀਂ ਬੋਲ ਸਕਦਾ, ਮੈਂ ਇੰਨੀ ਗਾਰੰਟੀ ਦਿੰਦਾ ਬੱਚੇ, ਜੇ ਮੇਰੇ ਕੋਲੋਂ ਕਰੰਟ ਅਫੇਅਰ ਕੀਤੇ ਪੇਪਰ ਵਿੱਚ ਆਪਣੇ 80 to 90% ਇਹੀ ਆਣਗੇ। ਫੁਕਰੀ ਨਹੀਂ ਮਾਰ ਰਿਹਾ ਜੀ, ਟੱਚਵੁੱਡ ਜੀ, ਮਿਹਨਤ ਕਰਦੇ ਆ ਜੀ, ਬੇਸਿਕ ਜੀ ਗੱਲ ਹੈ। ਤਾਂ ਜੇ ਮੈਂ ਲਿਖਦਾ ਇੱਥੇ ਪੰਜਾਬ ਕਰੰਟ ਅਫੇਅਰ, ਠੀਕ ਹੈ ਜੀ, ਕਰੰਟ ਅਫੇਅਰ, ਠੀਕ ਹੈ, ਪੰਜਾਬ ਕਰੰਟ ਅਫੇਅਰਸ, ਕਰੰਟ ਅਫੇਅਰ, ਅਗਲੇ ਸਾਲ ਦੇ ਪਤਾ ਨਹੀਂ ਕਿਉਂ ਆ ਰਹੇ ਨੇ ਲਿਖੇ, 2022 ਪਿਛਲੇ ਦੇ, ਸੌਰੀ। ਤਾਂ ਆਹ ਵੇਖੋ ਜੀ, ਪੰਜਾਬ ਕਰੰਟ ਅਫੇਅਰ ਜੇ ਮੈਂ ਲਿਖੂੰਗਾ, ਦੇਖੋ ਜੀ ਕੌਣ ਆਊਗਾ, ਤੁਹਾਡੇ ਸਾਹਮਣੇ ਹੈ ਜੀ, ਮੈਂ ਨਹੀਂ ਕੁਛ ਕਹਿ ਰਿਹਾ। ਇਹ ਸਾਡੇ ਸਰ ਨੇ ਸਟੱਡੀ IQ ਵਾਲੇ, ਤਾਂ ਸਾਡੇ ਗੁਰੂ ਨੇ, ਮੇਰੇ ਵੀ ਬਹੁਤ ਵੱਡੇ ਗੁਰੂ ਨੇ। ਤਾਂ ਆਹ ਦੇਖੋ, ਬਾਕੀ ਸਾਰਾ ਆਪਣਾ, ਕਿਉਂਕਿ ਪੰਜਾਬ ਫੋਕਸਡ ਹੈ। ਇਹ ਰੀਸੈਂਟਲੀ 3 ਦਿਨ ਪਹਿਲਾਂ ਲਾਸਟ 6 ਮੰਥ ਕਰੰਟ ਅਫੇਅਰ ਦੀ ਵੀਡੀਓ ਬਣਾਈ ਹੈ, 30,000 ਆਲਰੇਡੀ ਜਾ ਚੁੱਕੀ ਹੈ। ਤਾਂ YouTube ਤੇ ਫ੍ਰੀ ਆਫ ਕਾਸਟ ਤੁਹਾਡੇ ਲਈ ਸਭ ਚੱਲਦਾ ਰਹੂਗਾ। ਆਹ ਦੇਖੋ, YouTube ਤੇ ਫ੍ਰੀ ਆਫ ਕਾਸਟ ਤੁਹਾਡੇ ਲਈ ਚੱਲਦਾ ਰਹੂਗਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਠੀਕ ਹੈ ਜੀ। ਬਾਕੀ ਆਹ ਦੇਖੋ, ਇਹ ਮੇਰੀ ਉਹ ਵੀਡੀਓ ਆਉਣਗੀ, ਜ਼ਿਆਦਾ ਨਹੀਂ ਤੁਸੀਂ ਦੇਖੋਗੇ। ਤਾਂ YouTube ਤੇ ਸਭ ਫ੍ਰੀ ਆਫ ਕਾਸਟ ਤੁਹਾਡੇ ਲਈ ਚੱਲਦਾ ਰਹੂਗਾ। ਲੇਕਿਨ ਜੇ ਤੁਸੀਂ ਸਪੈਸ਼ਲ ਤਿਆਰੀ ਕਰਨਾ ਚਾਹੁੰਦੇ ਹੋ, ਜੇ ਅਫੋਰਡ ਕਰ ਸਕਦੇ ਹੋ, ਤਾਂ ਇਹ ਬਹੁਤ ਹੀ ਬੈਟਰ ਚੀਜ਼ ਹੈ ਤੁਹਾਡੇ ਲਈ। ਕਾਂਸਟੇਬਲ ਦਾ ਜਿਹੜਾ ਬੈਚ ਹੈ, ਇਹ 9 ਮਈ ਨੂੰ ਸਟਾਰਟ ਹੋ ਰਿਹਾ ਹੈ, ਤੇ ਮੁੱਲ ਇਹਦਾ 1380 ਦਾ ਪੈਂਦਾ ਹੈ। ਕਿੱਦਾਂ, ਇੱਕ ਡਿਸਕਾਊਂਟ ਕੋਡ ਵਰਤ ਕੇ, Y383 Y383। ਉੱਦਾਂ ਹੀ ਸਬ ਇੰਸਪੈਕਟਰ ਦਾ ਹੈ, ਇਹ 1701 ਦਾ ਪੈਂਦਾ ਹੈ, ਇਹ ਵੀ ਸੇਮ ਡਿਸਕਾਊਂਟ ਕੋਡ Y383 Y383 ਵਰਤ ਕੇ। ਲੇਕਿਨ ਜੇ ਮੇਰੇ ਤੋਂ ਪੁੱਛੋ ਕਿ ਸਰ ਮੈਂ ਅੱਗੇ ਵੀ ਪੇਪਰ ਦੇਣੇ ਨੇ, ਐਕਸਾਈਜ਼ ਦੁਬਾਰੇ ਆ ਰਿਹਾ ਹੈ, ਨੈਬ ਤਹਿਸੀਲਦਾਰ ਦੁਬਾਰੇ ਆ ਰਿਹਾ ਹੈ, ਕੋਆਪਰੇਟਿਵ ਇੰਸਪੈਕਟਰ ਦੁਬਾਰੇ ਆ ਰਿਹਾ ਹੈ, ਜੇਲ ਵਾਰਡਰ ਦੁਬਾਰੇ ਆ ਰਿਹਾ ਹੈ, ਵੀਡੀਓ ਦੇ ਦੁਬਾਰੇ ਪੇਪਰ ਖੁੱਲਣ ਵਾਲਾ, ਅਗਲੇ ਸਾਲ ਕਾਂਸਟੇਬਲ, ਅਗਲੇ ਸਾਲ ਸਬ ਇੰਸਪੈਕਟਰ, ਤੇ ਹੋਰ ਜਿੰਨੇ ਵੀ ਪੇਪਰ ਆਉਣਗੇ, ਉਹਦੀ ਕਲਾਸਾਂ, ਟੈਸਟ ਸੀਰੀਜ਼, ਈ-ਬੁੱਕ, PDF, ਮੌਕ ਟੈਸਟ, ਕਰੰਟ ਅਫੇਅਰ ਦਾ ਬੈਚ, ਸਟੈਟਿਕ GK ਦਾ ਬੈਚ, ਪੰਜਾਬ GK ਦਾ ਬੈਚ, ਮੈਥ ਦਾ ਬੈਚ, ਕੋਈ ਵੀ ਕ੍ਰੈਸ਼ ਕੋਰਸ ਐਨਰੋਲ ਕਰਨਾ ਹੋਵੇ, ਤੁਹਾਨੂੰ ਅਲੱਗ ਤੋਂ ਨਹੀਂ ਕਰਨਾ ਪੈਣਾ। 1701 ਦਾ ਇਹ ਹੈ, ਫਿਰ 1000 ਰੁਪਏ ਦਾ ਕ੍ਰੈਸ਼ ਕੋਰਸ ਕਰੋਗੇ, 200-250 ਰੁਪਏ ਦੀ ਟੈਸਟ ਸੀਰੀਜ਼ ਲਓਗੇ, ਫਿਰ ਅਗਲਾ ਪੇਪਰ ਆਊਗਾ, ਉਹਦੇ ਵੀ ਬੈਚ ਕਰੋਗੇ, ਉਹਦਾ ਕ੍ਰੈਸ਼ ਕੋਰਸ ਕਰੋਗੇ, ਟੈਸਟ ਸੀਰੀਜ਼ ਲਓਗੇ, ਬਹੁਤ ਮਹਿੰਗਾ। ਉਹਨਾਂ ਸਭ ਦੀ ਥਾਂ ਇੱਕ ਚੀਜ਼ ਦੱਸ ਰਿਹਾ ਮੈਂ ਤੁਹਾਨੂੰ, ਪੰਜਾਬ ਦਾ ਮਹਾਪੈਕ। ਉਹਦੇ ਵਿੱਚ A to Z ਜਿੰਨੇ ਵੀ ਬੈਚ ਆਣਗੇ, ਜਿੰਨੇ ਵੀ ਹਜੇ ਇਹ ਨੇ, ਅੱਗੇ ਜਿੰਨੇ ਵੀ ਬੈਚ ਆਣਗੇ, ਉਹ ਤੁਹਾਨੂੰ 14,000 ਦੀ ਥਾਂ Y383 ਲਾ ਕੇ ਸਿਰਫ 3219 ਵਿੱਚ ਮਿਲਣਗੇ, ਤੇ ਪੂਰੇ 1 ਨਹੀਂ 2 ਸਾਲਾਂ ਲਈ। ਹਾਂਜੀ, ਅੱਜ ਆਫਰ ਚੱਲਿਆ ਹੋਇਆ, ਪਹਿਲਾਂ ਤੁਹਾਨੂੰ 3219 ਵਿੱਚ 1 ਸਾਲ ਲਈ ਮਿਲਦੇ ਸੀਗੇ, ਅੱਜ ਜੇ ਐਨਰੋਲ ਕਰਦੇ ਹੋ 12 ਵਜੇ ਤੋਂ ਪਹਿਲਾਂ, ਤਾਂ 1 ਦੀ ਥਾਂ ਤੁਹਾਡੇ ਲਈ ਹੋ ਜਾਊਗਾ 2 ਸਾਲਾਂ ਲਈ। ਤੇ A to Z ਕੋਈ ਵੀ ਬੈਚ ਆਵੇ, ਕੋਈ ਵੀ ਟੈਸਟ ਸੀਰੀਜ਼ ਆਵੇ, ਸਾਰਾ ਕੁਝ, ਸਾਰਾ ਮਟੀਰੀਅਲ, ਤੇ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੋ, ਮੈਨੀ ਮੋਰ ਸਮਝਦੇ ਹੋ, ਪੂਰੇ 2 ਸਾਲਾਂ ਤੱਕ, ਯਾਨੀ ਕਿ 2 ਮਈ 2023
2023 ਤੋਂ ਲੈ ਕੇ 2 ਮਈ 2025 ਤੱਕ। ਤੇ ਇੰਨੀ ਮੇਰੀ ਗਾਰੰਟੀ ਹੈ 5 to 6 ਮੰਥ ਦੀ ਖੇਡ ਹੈ। 5-6 ਮਹੀਨੇ ਜੇ ਸ਼ਿੱਦਤ ਨਾਲ ਇੱਕ ਬੈਚ ਵਿੱਚ ਲਾ ਲਏ ਤੁਹਾਡੇ, ਤੁਸੀਂ ਆਪਣੇ ਕਨਸੈਪਟ ਕਲੀਅਰ ਕਰ ਲਏ ਤਾਂ ਪੰਜਾਬ ਦਾ 80% ਪੇਪਰ ਤੁਸੀਂ ਪਾਸ ਕਰ ਸਕਦੇ ਹੋ, ਇੰਨੀ ਗਾਰੰਟੀ ਹੈ। ਕਿਉਂਕਿ ਨੈਬ ਤਹਿਸੀਲਦਾਰ ਕੋਆਪਰੇਟਿਵ ਇੰਸਪੈਕਟਰ ਯਾਨੀ ਕਿ ਪੀਪੀਐਸਸੀ ਛੱਡ ਕੇ ਬਾਕੀ ਭਾਵੇਂ PSSSB ਦਾ ਪੇਪਰ ਹੈ, ਪੰਜਾਬ ਪੁਲਿਸ ਦਾ ਪੇਪਰ ਹੋਵੇ, PSPCL ਦਾ ਪੇਪਰ ਹੋਵੇ, ਸੇਮ ਸਿਲੇਬਸ ਰਹਿੰਦਾ, ਸੇਮ ਜਿਹੀ ਪੈਟਰਨ ਰਹਿੰਦਾ ਹੈ। ਤਾਂ ਜੇ 5-6 ਮਹੀਨੇ ਲਾ ਲਏ, ਇਹ ਮੈਂ ਗਾਰੰਟੀ ਦਿੰਦਾ, ਜੇ ਹੁਣ ਅੱਜ ਐਨਰੋਲ ਕਰ ਲੈਂਦੇ ਹੋ 2024 ਤੁਸੀਂ ਸਰਕਾਰੀ ਨੌਕਰੀ ਨਾਲ ਐਂਟਰ ਕਰੋਗੇ। ਕਿੱਦਾਂ? ਪੰਜਾਬ ਦੇ ਮਹਾਪੈਕ ਨਾਲ। ਬਸ ਮੇਰੀ ਇੰਨੀ ਗੱਲ ਧਿਆਨ ਰੱਖਿਓ, ਪੰਜਾਬ ਦੇ ਮਹਾਪੈਕ ਵਿੱਚ ਐਨਰੋਲ ਕਰਨ ਕਰਕੇ ਜ਼ਿਆਦਾ ਫਾਇਦਾ ਹੈ। ਤੇ ਡਿਸਕਾਊਂਟ ਕੋਡ ਇੰਪੋਰਟੈਂਟ Y383Y383। ਆਓ ਤੁਹਾਨੂੰ ਦਿਖਾ ਦੇਣਾ ਮੈਂ ਕਿੱਦਾਂ ਐਨਰੋਲ ਕਰ ਸਕਦੇ ਹੋ। ਠੀਕ ਹੈ, ਮੰਨ ਲਓ ਤੁਹਾਨੂੰ ਪਹਿਲਾਂ ਇਕੱਲੇ ਬੈਚ ਵਿੱਚ ਐਨਰੋਲ ਕਰਨਾ ਹੈ, ਤੁਸੀਂ ਕਹਿੰਦੇ ਸਰ ਮਹਾਪੈਕ ਬਾਅਦ ਚ ਦੇਖਾਂਗੇ, ਪਹਿਲਾਂ ਆਪਾਂ ਦੇਖ ਲੈਂਦੇ ਕਿੱਦਾਂ ਪੜ੍ਹਾ ਰਹੇ ਹੋ। ਠੀਕ ਹੈ ਜੀ, ਤਾਂ adda247.com ਓਪਨ ਕਰੋ, ਆਲ ਕੋਰਸਿਸ 'ਚ ਜਾ ਕੇ ਸਟੇਟ ਐਗਜ਼ਾਮ ਜਾ ਕੇ ਪੰਜਾਬ ਸਿਲੈਕਟ ਕਰਕੇ ਪੰਜਾਬ ਪੁਲਿਸ ਕਰ ਲਓ। ਇੱਥੇ ਆ ਵੇਖੋ, ਇੱਥੇ ਮਹਿੰਗੇ ਨੇ 1850 1500, ਆਪਾਂ ਹੋਰ ਸਸਤਾ ਕਰ ਦਿੰਦੇ ਹਾਂ। ਆਪਾਂ ਕਾਂਸਟੇਬਲ ਤੇ ਕਲਿੱਕ ਕਰਾਂਗੇ, ਠੀਕ ਹੈ, ਇੱਥੇ ਦੇਖੋ 1500, ਆਪਾਂ ਮੋਰ ਆਫਰ ਤੇ ਜਾਓਗੇ ਤੇ ਫਿਰ ਕੂਪਨ ਕੋਡ ਭਰੋਗੇ Y383Y383 ਤੇ ਆ ਵੇਖੋ 1380 ਦਾ ਪੈ ਗਿਆ। ਤੇ ਜੇ ਅਸੀਂ adda247 ਦੀ ਐਪ ਵਿੱਚ ਜਾ ਕੇ ਇਹ ਸਰਚ ਕਰਾਂਗੇ ਨਾ, ਤੇ ਫਿਰ ਉੱਥੇ Y383Y383 ਲਾਉਂਗੇ, ਉੱਥੇ ਤੁਹਾਨੂੰ ਕੋਇਨਸ ਯਾਨੀ ਸਿੱਕੇ ਵੀ ਮਿਲ ਜਾਣੇ। ਇਹ ਤੁਹਾਨੂੰ 60 ਰੁਪਇਆ ਹੋਰ ਸਸਤਾ ਪੈ ਜਾਊਗਾ 1320 ਦਾ। ਲੇਕਿਨ ਮੈਂ ਹਜੇ ਵੀ ਕਹਿਣਾ ਪੈਸੇ ਨਾ ਵੇਸਟ ਕਰੋ। 1300 ਰੁਪਏ ਵੀ 1300 ਰੁਪਏ ਹੁੰਦੇ ਤਾਂ ਹੈ ਨਾ, 1300 ਰੁਪਇਆ। ਇਹਦੀ ਤਾਂ ਇੱਕ ਵਾਰ ਪੰਜਾਬ ਮਹਾਪੈਕ ਵਿੱਚ ਐਨਰੋਲ ਕਰੋ ਤੇ ਖਤਮ ਕਰੋ। ਸਿੱਧਾ ਗੂਗਲ ਤੇ ਪੰਜਾਬ ਮਹਾਪੈਕ ਸਰਚ ਕਰੋ, ਪਹਿਲੇ ਲਿੰਕ ਤੇ ਕਰੋ ਕਲਿੱਕ। 2 ਸਾਲ ਦੇ ਜਿੰਨਾ ਪੇਪਰ ਆਊਗਾ, ਟੈਸਟ ਸੀਰੀਜ਼, ਈ ਬੁੱਕ, ਤੇ ਇਹ ਤਾਂ ਮੇਰੀ ਗਾਰੰਟੀ ਹੈ ਸਾਲ ਦੇ ਅੰਦਰ ਨੌਕਰੀ ਤਾਂ ਤੁਹਾਡੀ ਲੱਗੀ ਤਰੀ, ਜੇ ਤੁਸੀਂ 5-6 ਮਹੀਨੇ ਕਨਸੈਪਟ ਕਲੀਅਰ ਕਰਕੇ ਪ੍ਰੈਕਟਿਸ ਕਰ ਲਈ। ਕਿਉਂਕਿ ਬੈਚ ਇੱਥੇ ਹੈ, 1 ਨਹੀਂ 2 ਨਹੀਂ 3 ਨਹੀਂ 4 ਬੈਚ ਆਉਣਗੇ। ਆਪਣੇ ਕਨਸੈਪਟ ਵਧੀਆ ਕਲੀਅਰ ਕਰੋ। ਰਿਵੀਜ਼ਨ ਬੈਚ ਆਏਗਾ, ਰਿਵੀਜ਼ਨ ਨਾਲ ਕਰੋ। ਤੁਹਾਨੂੰ ਈ ਬੁੱਕਸ ਮਿਲ ਜਾਣਗੇ, ਪ੍ਰੈਕਟਿਸ ਕਰੋ, ਕਲਾਸ ਵਿੱਚ ਪ੍ਰੈਕਟਿਸ ਹੋਊਗੀ। ਪੇਪਰ ਤੋਂ ਪਹਿਲਾਂ MCQ ਬੈਚ ਆਊਗਾ, ਜਿੱਦਾਂ ਪਟਵਾਰੀ ਐਕਸਾਈਜ਼ ਇੰਸਪੈਕਟਰ ਦੇ ਅੱਜ ਕੱਲ੍ਹ ਚੱਲੇ ਹੋਏ, ਉਹ ਕਰੋ, ਪੇਪਰ ਪਾਸ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈ। ਮੁੱਲ ਕਿੰਨਾ? ਮੁੱਲ ਆ ਵੇਖੋ 3500 ਲਿਖਿਆ ਹੋਇਆ, ਬਟ ਆਪਾਂ ਮੋਰ ਆਫਰ ਤੇ ਜਾਓਗੇ, ਐਂਟਰ ਕੂਪਨ ਕੋਡ ਕਰੋਗੇ ਕਿਹੜਾ? Y383Y383 ਤੇ ਜੀ ਆਹ ਵੇਖੋ ਸਾਨੂੰ ਕਿੰਨੇ ਦਾ ਪੈ ਗਿਆ ਇਹ? 3500 ਦੀ ਥਾਂ ਸਾਨੂੰ ਪੈ ਗਿਆ ਸਿਰਫ 3219 ਰੁਪਏ ਦਾ, ਉਹ ਵੀ ਪੂਰੇ 2 ਸਾਲਾਂ ਲਈ। ਲੇਕਿਨ ਜੇ ਅਸੀਂ adda247 ਦੀ ਐਪ ਵਿੱਚ ਜਾਂਦੇ ਹਾਂ, ਐਪ ਹੁੰਦੀ ਨਾ ਐਪ ਵਿੱਚ ਜਾਇਓ, ਐਪ ਵਿੱਚ ਜਾ ਕੇ ਇਹੀ ਸਰਚ ਕਰਿਓ ਪੰਜਾਬ ਮਹਾਪੈਕ, ਤੇ ਫਿਰ ਡਿਸਕਾਊਂਟ ਕੋਡ ਭਰਿਓ ਉੱਥੇ Y383Y383 ਤੇ ਉੱਥੇ ਤੁਹਾਨੂੰ ਇੱਕ ਚਮਤਕਾਰੀ ਕੋਇਨਸ ਮਿਲ ਜਾਣਗੇ। ਉਹ ਕੋਇਨਸ ਟੱਚ ਕਰਦਿਆਂ ਹੀ 3219 ਵੀ ਨਹੀਂ, ਸਿਰਫ 3080 ਦਾ ਪੈ ਜਾਊਗਾ ਤੁਹਾਨੂੰ ਪੂਰੇ 2 ਸਾਲਾਂ ਲਈ। ਤਾਂ ਜੇ ਐਨਰੋਲ ਕਰਨਾ ਹੈ ਤਾਂ ਅੱਜ ਬੈਸਟ ਦਿਨ ਹੈ। ਤੇ ਕਿਉਂਕਿ ਤੁਸੀਂ Y383Y383 ਲਾਓਗੇ, ਤੁਹਾਨੂੰ ਸਪੈਸ਼ਲ ਇੱਕ ਗਾਈਡੈਂਸ ਵਾਲਾ ਬੈਚ ਮਿਲੂਗਾ। ਦੇਖੋ ਚੱਕਰ ਕੀ ਹੁੰਦਾ ਸੀ, ਜਦੋਂ ਆਨਲਾਈਨ ਪੜ੍ਹਦੇ ਹੁੰਦੇ ਸੀ ਇੱਕ ਦੂਜੇ ਨਾਲ ਰੂਬਰੀ ਨਹੀਂ ਹੋ ਸਕਦੇ। Y383Y383 ਲਾ ਕੇ ਤੁਹਾਨੂੰ ਇਹ ਚੀਜ਼ ਮਿਲਦੀ ਹੈ ਕਿ ਤੁਸੀਂ ਮੇਰੇ ਨਾਲ ਇੱਕ ਗਾਈਡੈਂਸ ਵਾਲੇ ਬੈਚ ਵਿੱਚ ਜੁੜਦੇ ਹੋ, ਜਿਹਦੇ ਵਿੱਚ ਬੱਚੇ ਇੱਦਾਂ ਵੀਡੀਓ ਕਾਲ ਤੇ ਮੇਰੇ ਨਾਲ ਹੁੰਦੇ ਨੇ। ਹਫਤੇ 'ਚ ਇੱਕ ਕਲਾਸ ਹੁੰਦੀ ਹੈ, ਤੇ ਜਿਹੜਾ ਵੀ ਤੁਹਾਡਾ ਗਿਲਾ ਸ਼ਿਕਵਾ ਦੁੱਖ ਦਰਦ ਪੀੜਾ ਹੈ, ਆਪਾਂ ਇੱਥੇ ਸ਼ੇਅਰ ਕਰਦੇ ਨੇ। ਮੈਥ ਮੈਨੂੰ ਪਤਾ ਹੈ ਤੁਸੀਂ ਉਹਨੂੰ ਬਹੁਤ ਵਧੀਆ ਆਉਂਦੀ ਹੈ, ਠੀਕ ਹੈ ਜੀ, ਡਾਊਟ ਕਲੀਅਰ ਕਰ ਲਓਗੇ, ਰੀਜ਼ਨਿੰਗ ਕਲੀਅਰ ਕਰ ਲਓਗੇ। ਕਈ ਬੱਚੇ ਨੇ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੈ, ਬਟ ਉਸ ਨੌਲੇਜ ਨੂੰ ਆਪਾਂ ਚੈਨਲਾਈਜ਼ ਕਰਨਾ ਕਿ ਤੁਹਾਡਾ ਪੇਪਰ ਪਾਸ ਹੋਵੇ। ਅਸੀਂ ਗਿਆਨ ਨਹੀਂ ਇਕੱਠਾ ਕਰਨਾ, ਅਸੀਂ ਪੇਪਰ ਪਾਸ ਕਰਨਾ ਹੈ। ਜੇ ਤੁਸੀਂ ਗਿਆਨ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਅੱਡ ਗੱਲ ਹੈ। ਜੇ ਤੁਹਾਨੂੰ ਪੇਪਰ ਪਾਸ ਕਰਨਾ ਹੈ ਤਾਂ ਇੱਥੇ ਆਇਓ। ਤੁਹਾਡਾ ਜਿਹੜਾ ਸਾਡਾ ਸਾਰਾ ਗਿਆਨ ਹੈ, ਉਹਨੂੰ ਆਪਾਂ ਇੱਕ ਬਿਲਕੁਲ ਪਾਈਪਲਾਈਨ ਵਿੱਚ ਬਿਠਾ ਕੇ ਬਿਲਕੁਲ ਤੁਹਾਨੂੰ ਆਪਣੇ ਲਕਸ਼ ਦੀ ਵੱਲ ਭੇਜਣਾ ਵੀ ਪੇਪਰ ਪਾਸ ਕਰੀਏ। ਲਕਸ਼ ਆਪਾਂ ਗਿਆਨ ਤਾਂ ਕਹਿੰਦੇ ਪੇਪਰ ਪਾਸ ਕਰਨ ਤੋਂ ਬਾਅਦ ਵੀ ਕਰ ਲਾਂਗੇ। ਕਿਹੜਾ YouTube ਬੰਦ ਹੋਣ ਚੱਲਾ ਹੈ ਨਾ, ਕਿਹੜਾ ਬਾਕੀ ਜਿਹੜੇ ਟੀਚਰ ਨੇ ਉਹ ਹਟ ਜਾਓਗੇ ਪੜ੍ਹਾਉਣਾ, ਕਿਤੇ ਨਾ ਕਿਤੇ ਪੜ੍ਹਾਈ ਰਿਹਾ ਹੋਊਗਾ, ਕੋਈ ਨਾ ਕੋਈ ਪੜ੍ਹਾਈ ਰਿਹਾ ਹੋਊਗਾ ਜੇ ਉਹ ਟੀਚਰ ਪੜ੍ਹਾਉਣਾ ਛੱਡ ਗਿਆ। ਤਾਂ ਗਿਆਨ ਤਾਂ ਇਕੱਠਾ ਕਰਨ ਨੂੰ ਜ਼ਿੰਦਗੀ ਪਈ ਹੈ, ਆਪਾਂ ਪੇਪਰ ਪਾਸ ਕਰਨਾ। ਤਾਂ ਪੇਪਰ ਪਾਸ ਕਰਨਾ ਚਾਹੁੰਦੇ ਹੋ ਤਾਂ ਇਹ ਵਾਲੀ ਕਲਾਸ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਕਿੱਦਾਂ ਮੈਂ ਕਿਹਾ ਤੁਹਾਨੂੰ, ਜਦੋਂ ਤੁਸੀਂ Y383Y383 ਲਾਓਗੇ, ਠੀਕ ਹੈ ਜੀ। ਤਾਂ ਧਿਆਨ ਰੱਖਿਓ। ਆਲ ਦਾ ਬੈਸਟ, ਸਤਿ ਸ਼੍ਰੀ ਅਕਾਲ, ਬਾਏ ਬਾਏ।